ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਿਜਲੀ ਸੰਕਟ ਨਹੀਂ ਰਹੇਗਾ, ਕਿਸੇ ਤਰ੍ਹਾਂ ਦਾ ਕੋਈ ਕੋਲੇ ਦਾ ਸੰਕਟ ਨਹੀਂ ਰਹੇਗਾ। ਅਟਕਲਾਂ ਲਗਾਈਆਂ ਜਾ ਰਹੀਆਂ ਸੀਗੀਆਂ ਵਿਰੋਧੀਆਂ ਵੱਲੋਂ ਕਿ ਕੋਲਾ 2 ਦਿਨ ਦਾ ਰਹਿ ਗਿਆ ਜੀ, 3 ਦਿਨ ਦਾ ਰਹਿ ਗਿਆ, ਬਲੈਕ ਆਊਟ ਹੋ ਜਾਏਗਾ। ਕੋਈ ਵੀ ਹੋਵੇ ਜਿੱਥੇ ਇਲੀਗਲ ਕੋਈ ਕੰਮ ਕਰੂਗਾ ਉਹਦੇ ਵਿਰੁੱਧ ਸਖਤ ਐਕਸ਼ਨ ਜਿਹੜਾ ਆ ਉਹ ਲਿਆ ਜਾਏਗਾ ਕਿ ਜਲਦ ਤੋਂ ਜਲਦੀ ਆਮ ਜਨਤਾ ਨੂੰ ਟੋਲ ਪਲਾਜ਼ਿਆਂ ਤੋਂ ਰਾਹਤ ਦਿਵਾਈ ਜਾਵੇ। ਪੰਜਾਬ ਨੂੰ ਹੁਣ ਕੋਲਾ ਸਿੱਧੇ ਤੌਰ ਤੇ ਮਿਲਣਾ ਸ਼ੁਰੂ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਕਮੀ ਹੈ ਉਸ ਨੂੰ ਪੂਰਾ ਕੀਤਾ ਜਾਏਗਾ। ਲਗਾਤਾਰ ਮਾਨ ਸਰਕਾਰ ਉਸ ਦੇ ਉੱਤੇ ਕਦਮ ਚੱਕਦੀ ਨਜ਼ਰ ਆ ਰਹੀ ਹੈ, ਪਰ ਕੋਲਾ ਇੱਕ ਵੱਡਾ ਸਮੱਸਿਆ ਬਣਿਆ ਹੋਇਆ ਸੀਗਾ ਤੇ ਲੱਗਦਾ ਕਿ ਹੁਣ ਉਸ ਕੋਲੇ ਦੇ ਉੱਤੇ ਕਿਤੇ ਨਾ ਕਿਤੇ ਸਮੱਸਿਆ ਜਿਹੜੀ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ ਮਾਨ ਸਰਕਾਰ। ਉਸ ਬਾਬਤ ਗੱਲ ਕਰਨ ਲਈ ਸਾਡੇ ਨਾਲ ਬਿਜਲੀ ਮੰਤਰੀ ਹਰਬੰਸ ਸਿੰਘ ਈਟੀਓ ਮੌਜੂਦ ਨੇ। ਸੋ ਈਟੀਓ ਸਾਹਿਬ, ਕਿੱਦਾਂ ਦੇਖੀਏ ਕਿ ਹੁਣ ਕਹਿ ਰਹੇ ਕਿ ਜਿਹੜੀ ਪਿਛਵਾੜਾ ਕੋਲ ਮਾਈਨ ਸੀਗੀ ਉਸ ਤੋਂ ਹੁਣ ਸਿੱਧਾ ਕੋਲਾ ਪੰਜਾਬ ਤੱਕ ਪਹੁੰਚ ਚੁੱਕਾ ਤੇ ਜਿੱਥੇ ਵੀ ਪੰਜਾਬ ਦੇ ਵਿੱਚ ਬਿਜਲੀ ਦੀ ਕੋਈ ਦਿੱਕਤ ਆਉਂਦੀ ਉਸ ਦੇ ਉੱਤੇ ਹੁਣ ਰੋਕਥਾਮ ਲੱਗੂਗੀ। ਦੇਖੋ, ਸਾਡੀ ਝਾਰਖੰਡ ਦੇ ਵਿੱਚ ਕੋਲ ਮਾਈਨ ਆ, ਪਿਛਵਾੜਾ ਕੋਲ ਮਾਈਨ। ਉੱਥੇ ਅਸੀਂ ਜਦੋਂ ਤੋਂ ਸਰਕਾਰ ਦੇ ਵਿੱਚ ਆਏ ਸੀਗੇ, ਮਾਨ ਸਾਹਿਬ ਉਦੋਂ ਤੋਂ ਹੀ ਬੜੀ ਨਿਗਾਹ ਰੱਖ ਰਹੇ ਸੀਗੇ ਕਿ ਅਸੀਂ ਜਲਦੀ ਤੋਂ ਜਲਦੀ ਉਹਨੂੰ ਆਪਰੇਟਿਵ ਕਰ ਸਕੀਏ। ਸੋ ਅਸੀਂ ਆਪਣੇ ਅਧਿਕਾਰੀ ਉਦੋਂ ਤੋਂ ਹੀ ਉੱਥੇ ਬਿਠਾਏ ਹੋਏ ਸੀਗੇ ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਪੰਜਾਬ ਵਾਸਤੇ ਕਿ ਕੱਲ ਸਾਡਾ ਫਸਟ ਰੇਕ ਉੱਥੋਂ ਜਿਹੜਾ ਕੱਲ ਆ ਰਿਹਾ ਰੋਪੜ ਥਰਮਲ ਪਲਾਂਟ ਤੇ 4000 ਟਨ ਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 70 ਲੱਖ ਟਨ ਕੋਲਾ ਜਿਹੜਾ ਸਾਲਾਨਾ ਉੱਥੋਂ ਲਵਾਂਗੇ ਔਰ ਇਹਦੇ ਨਾਲ ਪੰਜਾਬ ਨੂੰ 600 ਕਰੋੜ ਰੁਪਏ ਦਾ ਸਾਲਾਨਾ ਫਾਇਦਾ ਹੋਏਗਾ। ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ, ਕਿਉਂਕਿ ਇਹ ਕੋਲ ਮਾਈਨ ਕਾਫੀ ਲੰਬੇ ਸਮੇਂ ਤੋਂ ਪੰਜਾਬ ਨੂੰ ਅਲਾਟ ਹੋਈ ਪਈ ਸੀ, ਕਿਉਂ ਹਾਲੇ ਤੱਕ ਫਿਰ ਉੱਥੋਂ ਕੋਲਾ ਪੰਜਾਬ 'ਚ ਨਹੀਂ ਲਿਆਂਦਾ ਜਾ ਰਿਹਾ ਸੀਗਾ? ਕਿਉਂਕਿ ਕੋਲਾ ਜਿਹੜਾ ਬਿਜਲੀ ਬਣਾਉਣ ਲਈ ਹੋਰ ਪਾਸਿਆਂ ਤੋਂ ਵੀ ਲਿਆਂਦਾ ਜਾ ਰਿਹਾ ਸੀਗਾ। ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਰੋਕ ਲੱਗੀ ਹੋਈ ਸੀ, ਕੁਝ ਅਟਕਲਾਂ ਵਿੱਚ ਲੱਗੀਆਂ ਹੋਈਆਂ ਸੀਗੀਆਂ ਕਿ ਕਿਉਂ ਨਹੀਂ ਆ ਪਾ ਰਿਹਾ ਸੀ। ਬਿਲਕੁਲ, ਇਹ 15 ਦੇ ਵਿੱਚ ਅਲਾਟ ਹੋ ਗਈ ਸੀਗੀ। ਉਸ ਤੋਂ ਬਾਅਦ ਕੋਈ ਸਰਕਾਰਾਂ ਨੇ ਵੀ ਜ਼ਿਆਦਾ ਇਹਦੇ ਤੇ ਧਿਆਨ ਨਹੀਂ ਦਿੱਤਾ। ਰਾਦਰ ਦੂਜੇ ਪਾਸਿਓਂ ਹੀ ਕੋਲਾ ਮਹਿੰਗੇ ਭਾਅ ਦੇ ਜਿਹੜਾ ਖਰੀਦਦੇ ਰਹੇ, ਸਾਨੂੰ ਵੀ ਖਰੀਦਣਾ ਪਿਆ ਇਸ ਵਾਰ ਕੋਲ ਇੰਡੀਆ ਤੋਂ, ਜਾਂ ਅਸੀਂ ਇੰਪੋਰਟ ਵੀ ਕੀਤਾ 4 ਲੱਖ ਟਨ ਕੋਲਾ ਇਸ ਵਾਰੀ ਝੋਨੇ ਦੇ ਸੀਜ਼ਨ ਦੌਰਾਨ। ਸੋ ਸਾਨੂੰ 500 ਕਰੋੜ ਰੁਪਏ ਦਾ ਸਾਨੂੰ ਬੋਝ ਸਾਡੇ ਤੇ ਪਿਆ। ਸੋ ਜੇ ਮਾਈਨ ਪਹਿਲਾਂ ਤੋਂ ਆਪਰੇਟਿਵ ਹੁੰਦੀ ਤੇ ਸਾਨੂੰ ਇੰਨਾ ਬੋਝ ਜਿਹੜਾ ਨਹੀਂ ਪੈਣਾ ਸੀਗਾ। ਅੱਜ ਜੇ 70 ਲੱਖ ਟਨ ਕੋਲਾ ਅਸੀਂ ਸਾਲਾਨਾ ਲਿਆਉਣ ਦੇ ਵਿੱਚ ਸਫਲ ਹੋਏ ਆ ਤੇ 600 ਕਰੋੜ ਰੁਪਏ ਸਾਲਾਨਾ ਫਾਇਦਾ ਹੋਏਗਾ ਤੇ ਇਹ ਪੰਜਾਬ ਵਾਸਤੇ ਇੱਕ ਬਹੁਤ ਮੈਂ ਸਮਝਦਾ ਕਿ ਰਾਹਤ ਵਾਲੀ ਖਬਰ ਹੈ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ ਵਿੱਚ ਅਟਕਲੇ ਵੀ ਲਗਾਈ ਜਾ ਰਹੀ ਸੀ, ਕਹਿ ਰਹੇ ਸੀ ਕਿ ਇਸ ਪਹਿਲੇ ਕੋਲਾ ਲਿਆਉਣ ਦਾ ਰਸਤਾ ਜਿਹੜਾ ਦੂਜੇ ਬੰਨੇ ਰੱਖਿਆ ਗਿਆ ਸੀਗਾ। ਰਸਤਾ ਇਹ ਰੱਖਿਆ ਗਿਆ ਸੀ ਕਿ ਪਹਿਲੇ ਸਮੁੰਦਰੀ ਤੱਟ ਤੋਂ ਜਾਊਗਾ, ਗੁਜਰਾਤ ਤੋਂ ਆਊਗਾ। ਉਹ MCL ਮਹਾਨਦੀ ਕੋਲ ਲਿਮਟਿਡ ਵਾਲਾ ਇਸ਼ੂ ਆ। ਉਹ ਵੀ ਬੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ, ਮਾਨ ਸਾਹਿਬ ਨੇ ਉਹ ਵੀ ਇਸ਼ੂ ਜਿਹੜਾ ਟੇਕ ਅਪ ਕੀਤਾ, ਕਿਉਂਕਿ ਸਾਨੂੰ ਖਰਚਾ ਹੀ ਬੜਾ ਪੈ ਜਾਂਦਾ। ਟਰਾਂਸਪੋਰਟੇਸ਼ਨ ਚਾਰਜਸ ਇੰਨੇ ਪੈਂਦੇ ਨੇ। ਅਸੀਂ ਚਾਹੁੰਦੇ ਹਾਂ ਅਸੀਂ ਤੇ ਇਹ ਕਹਿੰਦੇ ਹਾਂ ਸਾਨੂੰ ਇੱਥੋਂ ਹੀ ਹੋਰ ਜਿਹੜਾ ਕੋਲਾ ਆ ਇਹ ਲੈ ਲੈਣ ਦਿਓ। ਜੇ ਅੱਜ 70 ਲੱਖ ਟਨ ਦੀ ਸਾਡੀ ਉੱਥੇ ਕਪੈਸਿਟੀ ਆ, ਅਸੀਂ ਇਹਨੂੰ ਹੋਰ ਵੀ ਵਧਾ ਸਕਦੇ ਹਾਂ। ਅਸੀਂ ਹੋਰ ਵੀ ਵਧਾਵਾਂਗੇ ਇਹਨੂੰ। ਅਸੀਂ ਆਪ ਦੀ ਸਾਨੂੰ ਇਹੋ ਹੀ ਕਰ ਦੋ ਕਿ ਅਸੀਂ ਆਪ ਦੀ ਮਾਈਨ ਤੋਂ ਆਪਣੇ ਜੋਗਾ ਕੋਲਾ ਜਿਹੜਾ ਆ ਉਹ ਲੈ ਲਈਏ। ਤੇ ਇਹਦੇ ਵਿੱਚ ਫਿਰ ਲੱਗਦਾ ਕਿ ਹੁਣ ਕੋਈ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਕਿਤੇ ਜਦੋਂ ਝੋਨੇ ਦਾ ਸਮਾਂ ਸੀਗਾ ਉਦੋਂ ਵੀ ਬਿਜਲੀ ਦੀ ਕਿਤੇ ਨਾ ਕਿਤੇ ਤੰਗੀ ਦਾ ਸਾਹਮਣਾ ਕਰਨਾ ਪਿਆ ਸੀਗਾ। ਆਉਂਦੇ ਸਮੇਂ ਦੇ ਵਿੱਚ ਪੰਜਾਬ ਨੂੰ ਬਿਜਲੀ ਦੀ ਤੰਗੀ ਨਹੀਂ ਸਹਿਣੀ ਪਊਗੀ। ਦੇਖੋ, ਜਦੋਂ ਪੈਡੀ ਸੀਜ਼ਨ ਸੀਗਾ ਉਦੋਂ ਬੜੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀਗੀਆਂ ਵਿਰੋਧੀਆਂ ਵੱਲੋਂ ਕਿ ਕੋਲਾ 2 ਦਿਨ ਦਾ ਰਹਿ ਗਿਆ ਜੀ, 3 ਦਿਨ ਦਾ ਰਹਿ ਗਿਆ, ਬਲੈਕ ਆਊਟ ਹੋ ਜਾਏਗਾ। ਅਸੀਂ ਪੰਜਾਬ ਦੇ ਲੋਕਾਂ ਨੂੰ ਉਸ ਵੇਲੇ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ। ਚਾਹੇ ਤੁਹਾਨੂੰ ਮੈਂ ਦੱਸਿਆ ਅਸੀਂ 4 ਲੱਖ ਟਨ ਕੋਲਾ ਜਿਹੜਾ ਸੀਗਾ ਇੰਪੋਰਟ ਕੀਤਾ, ਅਸੀਂ ਉਹਦੇ ਵਾਸਤੇ ਵਾਧੂ ਪੈਸੇ ਵੀ ਦਿੱਤੇ, ਪਰ ਅਸੀਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਉਦੋਂ ਮੁਸ਼ਕਲ ਨਹੀਂ ਆਉਣ ਦਿੱਤੀ। ਹੁਣ ਤਾਂ ਸਾਡੀ ਆਪਦੀ ਮਾਈਨ, ਅਸੀਂ ਆਪਦੀ ਮਾਈਨ ਜਿਹੜੀ ਆ ਉਹ ਚਾਲੂ ਕਰ ਲਈ ਆ। ਇਹਦੇ ਨਾਲ ਸਾਨੂੰ ਕੋਲੇ ਦੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਕਮੀ ਦਿਖਾਈ ਨਹੀਂ ਦਊਗੀ। ਕੋਈ ਕਮੀ ਨਹੀਂ ਸਾਡੇ ਕੋਲ ਕੋਲੇ ਦੀ। ਅਸੀਂ ਇਸ ਵਾਰੀ ਵੀ ਵੈਸੇ ਜਿਹੜੇ ਸਾਡੇ ਸਰਕਾਰੀ ਥਰਮਲ ਪਲਾਂਟ ਸੀਗੇ ਰੋਪੜ ਐਂਡ ਲਹਿਰਾ ਮੁਹੱਬਤ, ਅਸੀਂ ਉੱਥੇ ਵੀ 84% ਵੱਧ ਬਿਜਲੀ ਜਨਰੇਸ਼ਨ ਜਿਹੜੀ ਆ ਉੱਥੋਂ ਵੀ ਕੀਤੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਿਜਲੀ ਸੰਕਟ ਨਹੀਂ ਰਹੇਗਾ, ਕਿਸੇ ਤਰ੍ਹਾਂ ਦਾ ਕੋਈ ਕੋਲੇ ਦਾ ਸੰਕਟ ਨਹੀਂ ਰਹੇਗਾ ਔਰ ਨਾਲ ਦੇ ਨਾਲ ਖਰਚਾ ਵੀ ਘਟੇਗਾ। 600 ਕਰੋੜ ਰੁਪਇਆ ਸਾਲਾਨਾ ਖਰਚਾ ਵੀ ਘਟੇਗਾ। ਠੀਕ ਹੈ। ਸੋ ਉਹਦੇ ਵਿੱਚ ਇੱਕ ਬਿਜਲੀ ਮੀਟਰਾਂ ਦੀ ਗੱਲ ਲਗਾਤਾਰ ਸਾਹਮਣੇ ਆ ਰਹੀ। ਕਹਿੰਦੇ ਕਿ ਸਰਕਾਰੀ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਪ੍ਰੀਪੇਡ ਬਿਜਲੀ ਮੀਟਰ ਲਾਏ ਜਾਣਗੇ। ਉਸ ਨੂੰ ਲੈ ਕੇ ਜਿਹੜਾ ਹੁਣ ਅਟਕਲਾਂ ਲਾਈਆਂ ਜਾ ਰਹੀਆਂ ਨੇ, ਕਿਉਂਕਿ ਇੱਕ ਪਾਸੇ ਪ੍ਰੀਪੇਡ ਬਿਜਲੀ ਮੀਟਰਾਂ ਦਾ ਪਹਿਲੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀਗਾ। ਹੁਣ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਸਰਕਾਰ ਕੋਈ ਇਹੋ ਜਿਹੀ ਨਹੀਂ ਆ, ਇਸ ਤਰ੍ਹਾਂ ਦਾ ਕੁਝ ਨਹੀਂ ਆ। ਹਾਂ, ਅਸੀਂ ਸਰਕਾਰੀ ਬਿਲਡਿੰਗ ਜਿਹੜੀਆਂ ਨੇ ਉਹਨਾਂ ਦੇ ਉੱਤੇ ਸੋਲਰ ਲਗਾ ਕੇ ਅਸੀਂ ਬਿਜਲੀ
ਕਿਵੇਂ ਪੈਦਾ ਕਰਨੀ ਆ, ਰੀਨਿਊਏਬਲ ਸੋਰਸਸ ਕਿਵੇਂ ਕਰਨੇ ਆ, ਬਿਜਲੀ ਜਨਰੇਸ਼ਨ ਕਿਵੇਂ ਕਰਨੀ ਆ, ਸਾਡੇ ਜਿਹੜੇ ਹੋਰ ਕੋਈ ਹਾਈਡਲ ਪ੍ਰੋਜੈਕਟ ਨੇ ਉਹਨਾਂ ਨੂੰ ਕਿਵੇਂ ਨੇਪਰੇ ਚਾੜਨਾ, ਅਸੀਂ ਉਹਦੇ ਉੱਤੇ ਜ਼ੋਰ ਦੇ ਰਹੇ ਹਾਂ। ਪਰ ਫਿਰ ਇਹ ਖਬਰ ਕਿੱਦਾਂ, ਕਿਉਂਕਿ ਪ੍ਰੀਪੇਡ ਮੀਟਰ ਕਿਤੇ ਨਾ ਕਿਤੇ ਵਿਰੋਧ ਦਾ ਕਾਰਨ ਵੀ ਜ਼ਰੂਰ ਰਹੇ ਨੇ ਪੰਜਾਬ ਦੇ ਵਿੱਚ। ਇੱਕ ਖਬਰ ਇਹ ਵੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ ਵਿੱਚ 600 ਯੂਨਿਟ ਜਦੋਂ ਇਹ ਸਰਕਾਰ ਨੇ ਬਿਜਲੀ ਫ੍ਰੀ ਕੀਤੀ ਹੈ, ਲੋਕਾਂ ਨੇ 2-2 ਮੀਟਰ ਲਵਾਉਣੇ ਸ਼ੁਰੂ ਕਰ ਦਿੱਤੇ ਘਰਾਂ ਦੇ ਵਿੱਚ, ਉਹਨੂੰ ਵੀ ਲੈ ਕੇ ਕਾਰਵਾਈਆਂ ਦੀ ਕਹਿੰਦੇ ਮੰਗ ਕਰ ਰਹੇ ਨੇ। ਵਿਰੋਧੀ ਕਹਿ ਰਹੇ ਨੇ ਕਿ ਸਰਕਾਰ ਨੇ ਫ੍ਰੀ ਵੀ ਤਾਂ ਦਿੱਤਾ ਪਰ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੇ ਨਜਾਇਜ਼ ਫਾਇਦਾ ਚੱਕ ਲਿਆ, ਫਿਰ ਉਹਨਾਂ ਤੇ ਕਿਸ ਤਰੀਕੇ ਕਾਰਵਾਈ ਕਰੂਗੀ ਸਰਕਾਰ? ਨਹੀਂ ਦੇਖੋ, ਕੁਝ ਕੁ ਲੋਕ ਹੋ ਸਕਦੇ ਨੇ ਇਸ ਤਰ੍ਹਾਂ ਦੇ, ਵੈਸੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਸਾਡੀ ਸਰਕਾਰ ਆ, ਸਾਡੇ ਆਪਣੇ ਜਦੋਂ 600 ਯੂਨਿਟ ਫ੍ਰੀ ਦੇ ਦਿੱਤਾ ਤੇ 600 ਯੂਨਿਟ ਤੇ ਮੇਰੇ ਖਿਆਲ ਨਾਲ ਨਾਰਮਲ ਆਮ ਘਰਾਂ ਦੇ ਬੜੇ ਵਧੀਆ ਗੁਜ਼ਾਰੇ ਜਿਹੜੇ ਨੇ ਚੱਲ ਜਾਂਦੇ ਨੇ, ਚੰਗੇ ਭਲੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ। 90% ਲੋਕ ਇਸ ਵੇਲੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਕਿ ਉਹਨਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਜਨਰੇਟ ਹੋ ਰਿਹਾ। ਜਿੱਥੋਂ ਤੱਕ 2-2 ਮੀਟਰਾਂ ਦੀ ਗੱਲ ਆ, ਮੈਂ ਤੇ ਇਹੀ ਕਹੂੰਗਾ ਕਿ ਕੋਈ ਇਹੋ ਜਿਹੀ ਕੋਸ਼ਿਸ਼ ਨਾ ਕਰੇ, ਅਵੋਇਡ ਕਰੋ ਇਹੋ ਜਿਹੀ ਗੱਲ ਨਹੀਂ। ਕੰਡੀਸ਼ਨਸ ਵੀ ਹੁੰਦੀਆਂ ਹੋਣਗੀਆਂ ਜਿੱਦਾਂ ਕੰਮ ਹੁੰਦਾ, ਕੰਡੀਸ਼ਨਸ ਬਿਲਕੁਲ ਹੁੰਦੀਆਂ ਨੇ। ਵੈਸੇ ਤਾਂ ਚਲੋ ਨਵੇਂ ਮੀਟਰ ਲੱਗਦੇ ਰਹਿੰਦੇ ਨੇ, ਕੋਈ ਨਵੀਆਂ ਕੰਸਟਰਕਸ਼ਨਸ ਹੋਈਆਂ, ਜੁਆਇੰਟ ਫੈਮਿਲੀ ਤੋਂ ਨਿਊਕਲੀਅਰ ਫੈਮਿਲੀ ਚ ਆਏ ਨਵੇਂ ਮੀਟਰ ਲੱਗਦੇ ਨੇ, ਕੁਝ ਉਹ ਤੇ ਚੱਲਦੇ ਨੇ। ਪਰ ਜਿੱਥੇ ਕੋਈ ਇਸ ਚੀਜ਼ ਨੂੰ ਮੁੱਖ ਰੱਖ ਕੇ ਕਿ ਮੈਂ 600 ਯੂਨਿਟ ਦੀ ਬਜਾਏ 1200 ਲੈਣਾ ਇੱਕ ਲਗਾ ਕੇ, ਉਹ ਤਾਂ ਗਲਤ ਆ, ਉਹ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ। ਜਾ ਕੇ ਵੀ ਇਹਦੇ ਵਿੱਚ ਚੈਕਿੰਗ ਹੋ, ਕਿਉਂਕਿ ਜੋ ਰੂਲਸ ਕਿਤੇ ਨਾ ਕਿਤੇ ਬਿਜਲੀ ਬੋਰਡ ਤੇ ਕਹਿੰਦੇ ਨੇ, ਉਹ ਕਹਿੰਦੇ ਕਿ 2 ਕਿਚਨਸ ਹੋਣੀਆਂ ਚਾਹੀਦੀਆਂ ਜਾਂ 2 ਪਰਿਵਾਰ ਅੱਡ-ਅੱਡ ਹੋਣੇ ਚਾਹੀਦੇ, ਕੁਝ ਇਦਾਂ ਰੂਲ ਵੀ ਹੁੰਦਾ। ਬਿਲਕੁਲ ਹੈ, ਉਹਨਾਂ ਰੂਲਸ ਨੂੰ ਫੋਲੋ ਕਰਕੇ ਕੀਤਾ ਜਾਊਗਾ। ਵੈਸੇ ਵੀ ਮੈਂ ਬੇਨਤੀ ਕਰਦਾ ਕਿ 600 ਯੂਨਿਟ ਬਹੁਤ ਆ, 600 ਯੂਨਿਟ ਬਹੁਤ ਹੁੰਦਾ ਹੈ 2 ਮਹੀਨਿਆਂ ਦਾ, ਬੜਾ ਵਧੀਆ ਉਹਦੇ ਨਾਲ ਗੁਜ਼ਾਰਾ ਚੱਲ ਜਾਂਦਾ। ਆਪਾਂ ਰਾਦਰ ਕੇ ਇਸ ਪਾਸੇ ਭੱਜੀਏ, ਆਪਾਂ ਉਸ ਤਰ੍ਹਾਂ 1 ਮੀਟਰ ਤੇ ਹੀ ਆਪਾਂ 600 ਦੇ ਵਿੱਚ ਰਹਿ ਕੇ ਆਪਾਂ ਉਹਨੂੰ ਮੇਨਟੇਨ ਕਰੀਏ। ਸਰਕਾਰ ਲੋਕਾਂ ਦੀ ਹੈ, ਲੋਕਾਂ ਦਾ ਹੀ ਪੈਸਾ ਹੈ, ਲੋਕਾਂ ਦੇ ਉੱਤੇ ਹੀ ਖਰਚ ਕਰ ਰਹੇ ਆ। ਸੋ ਲੋਕਾਂ ਜਿਹੜੇ ਇਸ ਤਰ੍ਹਾਂ ਦੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਸਾਡਾ ਹੀ ਪੈਸਾ ਸਾਡੇ ਉੱਤੇ ਆ ਰਿਹਾ, ਅਸੀਂ ਕੋਈ ਇਹੋ ਜੀ ਗੱਲ ਨਾ ਕਰੀਏ ਜਿਹਦੇ ਕਰਕੇ ਉਹਨਾਂ ਨੂੰ ਵੀ ਨਮੋਸ਼ੀ ਹੋਵੇ ਤੇ ਸਰਕਾਰ ਨੂੰ ਵੀ ਕੋਈ ਇਦਾਂ ਦੀ ਕੋਈ ਚੀਜ਼ ਸਾਹਮਣੇ ਆਂਦੀ ਕਿ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਵੀ ਕੀਤੀ ਜਾਊ। ਫਿਜ਼ੀਕਲ ਵੈਰੀਫਿਕੇਸ਼ਨ ਵੀ ਹੋਏਗੀ, ਜੇ ਕੋਈ ਗਲਤ ਢੰਗ ਤਰੀਕੇ ਨਾਲ ਇਸ ਤਰ੍ਹਾਂ ਲੈਣ ਦੀ ਕੋਸ਼ਿਸ਼ ਕਰੇ ਤਾਂ ਤੇ ਉਹਨੂੰ ਅਸੀਂ ਜ਼ਰੂਰ ਚੈੱਕ ਕਰਾਂਗੇ। ਅੱਜ ਟੋਲ ਪਲਾਜ਼ਾ ਹੁਸ਼ਿਆਰਪੁਰ ਵਾਲਾ ਬੰਦ ਕੀਤਾ ਗਿਆ, ਕਿਹਾ ਜਾ ਰਿਹਾ ਕਿ ਟੋਲ ਪਲਾਜ਼ਾ ਦੀ ਹੁਣ ਜਿਹੜੀ ਮਿਆਦਾਂ ਨੇ ਉਹਨਾਂ ਤੇ ਪੂਰਨ ਤੌਰ ਤੇ ਅੱਖ ਰੱਖੀ ਜਾ ਰਹੀ ਹੈ, ਚੈੱਕ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਮਿਆਦਾਂ ਟੋਲ ਪਲਾਜ਼ਾ ਦੀਆਂ ਖਤਮ ਹੋ ਰਹੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਖਤਮ ਕੀਤਾ ਜਾਏਗਾ। ਪਰ ਉਹਦੇ ਵਿੱਚ ਵੀ ਸਵਾਲ ਵੱਡੇ ਖੜੇ ਹੋ ਰਹੇ ਨੇ, ਕਹਿੰਦੇ ਕਿ ਐਕਸਟੈਂਸ਼ਨਾਂ ਦੀ ਮੰਗ ਟੋਲ ਪਲਾਜ਼ਾ ਵੱਲੋਂ ਕੀਤੀ ਜਾ ਰਹੀ ਹੈ, ਉਹਨੂੰ ਕਿੱਦਾਂ ਦੇਖਿਆ ਜਾਵੇ? ਦੇਖੋ, ਟੋਲ ਪਲਾਜ਼ਾ ਵਾਲਿਆਂ ਨੇ ਐਕਸਟੈਂਸ਼ਨਸ ਦੀ ਮੰਗ ਕਰਦੇ ਨੇ, ਕੋਈ ਕੰਟਰੈਕਟ ਦੇ ਵਿੱਚ ਹੁੰਦਾ ਹੈ ਕਿ ਇੰਨਾ ਚਿਰ ਟੋਲ ਬੰਦ ਰਹਿ ਕੇ, ਖਾਸ ਤੌਰ ਤੇ ਪਲੀ ਇਹੀ ਲੈ ਰਹੇ ਨੇ ਕਿ ਕੋਵਿਡ ਦੇ ਦੌਰਾਨ ਟੋਲ ਪਲਾਜ਼ੇ ਬੰਦ ਰਹੇ ਨੇ, ਫਾਰਮਰ ਐਜੀਟੇਸ਼ਨ ਦੇ ਦੌਰਾਨ ਬੰਦ ਰਹੇ ਨੇ। ਸੋ ਅਸੀਂ ਉਹ ਚੀਜ਼ ਨੂੰ ਵਿਚਾਰਦੇ ਹਾਂ, ਪਰ ਨਾਲ ਦੇ ਨਾਲ ਜੇ ਬੰਦ ਰਹੇ ਨੇ ਤੇ ਜਿਹੜੀਆਂ ਉਹਨਾਂ ਦੀਆਂ ਲਾਇਬਿਲਿਟੀਜ਼ ਨੇ ਜੋ ਕੰਟਰੈਕਟ ਦੇ ਵਿੱਚ ਲਿਖੀਆਂ ਨੇ, ਕਿਆ ਲਾਇਬਿਲਿਟੀਜ਼ ਨੇ, ਤੁਸੀਂ ਇੰਨਾ ਲੇਆਊਟ ਕਰਨਾ, ਇੰਨੇ ਸਮੇਂ ਬਾਅਦ ਰਿਪੇਅਰ ਕਰਨੀ ਆ, ਇੰਨੇ ਸਮੇਂ ਬਾਅਦ ਆਹ ਕਰਨਾ, ਉਹਦੇ ਉੱਤੇ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਹਦੇ ਉੱਤੇ ਧਿਆਨ, ਉਹਦਾ ਅਸਰ ਕਿੱਥੇ ਪੈਂਦਾ? ਸਿੱਧਾ ਪਬਲਿਕ ਤੇ ਅਸਰ ਪੈਂਦਾ। ਹੁਣ ਕਨਸੈਸ਼ਨਰ ਮੰਗ ਲੂਗਾ ਕਿ 500 ਦਿਨ ਦੀ ਸਾਨੂੰ ਹੋਰ ਐਕਸਟੈਂਸ਼ਨ ਦੇ ਦਿਓ ਜੀ, ਇਹਦਾ ਮਤਲਬ ਅਸੀਂ 500 ਦਿਨ ਫਿਰ ਹੋਰ ਅਲਾਉ ਕਰ ਦਈਏ, ਲੋਕਾਂ ਦੀ ਜੇਬ ਦੇ ਵਿੱਚੋਂ ਪੈਸਾ ਜਿਹੜਾ ਆ ਉਹ ਫਿਰ ਆਪਣੇ ਕੋਲ ਲੈ ਜਾਣ। ਸੋ ਅਸੀਂ ਹਰ ਚੀਜ਼ ਐਗਜ਼ਾਮਨ ਕਰਕੇ ਜਿਹੜਾ ਆ ਉਹ ਕਰਦੇ ਆ, ਔਰ ਕਿਸੇ ਵੀ ਤਰ੍ਹਾਂ ਦੀ ਕੋਈ ਉਹ ਨਹੀਂ ਕਰਦੇ ਜਿਹੜੀ ਲੋਕ ਹਿੱਤ ਦੇ ਵਿੱਚ ਨਾ ਹੋਵੇ। ਜੇ ਜਿਹੜਾ ਹੁਸ਼ਿਆਰਪੁਰ ਵਾਲਾ ਬੰਦ ਹੋਇਆ ਕਿ ਉਹਨਾਂ ਵੱਲੋਂ ਕੁਝ ਚੀਜ਼ਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਸੀਗੀਆਂ, ਕਿ ਉਹਨਾਂ ਵੱਲੋਂ ਜਿਹੜੀ ਟਰਮਸ ਜਿੱਦਾਂ ਤੁਸੀਂ ਦੱਸ ਰਹੇ ਹੋ? ਨਹੀਂ, ਟਰਮਸ ਕੰਡੀਸ਼ਨ ਪੂਰੀਆਂ ਕੀਤੀਆਂ ਸੀਗੀਆਂ। ਪਹਿਲਾ ਹੀ ਲੇਆਊਟ ਲੇਟ ਪਾਇਆ, ਫਿਰ ਦੂਸਰਾ ਲੇਟ, ਫਿਰ ਤੀਸਰਾ ਕਹਿ ਰਹੇ ਸੀਗੇ 23 ਚ ਕਵਰ ਕਰਾਂਗੇ। ਜੇ ਜਦੋਂ ਤੋਂ ਹੀ ਹੈਗਾ ਹੀ 22 ਤੱਕ, 23 ਚ ਕਿੱਥੋਂ ਕਵਰ ਕਰੋਗੇ? ਉਹਨੇ ਇੱਕ ਐਸਕਰੋ ਅਕਾਊਂਟ ਸੀਗਾ ਉਹਨਾਂ ਦਾ, 15 ਤੋਂ ਹੀ ਆਪ ਤੱਕ ਗਲਤ ਕਰਕੇ ਤੇ ਕਰੀ ਜਾ ਰਹੇ ਨੇ। ਜਿੱਥੇ ਇਲੀਗਲ ਕੰਮ ਕਰਨਗੇ, ਟੋਲ ਪਲਾਜ਼ਾ ਵਾਲਾ ਹੋਵੇ ਕੋਈ ਵੀ ਹੋਵੇ, ਜਿੱਥੇ ਇਲੀਗਲ ਕੋਈ ਕੰਮ ਕਰੂਗਾ ਉਹਦੇ ਵਿਰੁੱਧ ਸਖਤ ਐਕਸ਼ਨ ਜਿਹੜਾ ਆ ਉਹ ਲਿਆ ਜਾਊਗਾ। ਜ਼ਿਕਰ ਤੁਸੀਂ ਕੀਤਾ ਕਿ ਫਾਰਮਰ ਐਜੀਟੇਸ਼ਨ ਦੇ ਸਮੇਂ ਟੋਲ ਪਲਾਜ਼ਾ ਬੰਦ ਰਹੇ, ਕਰੋਨਾ ਸਮੇਂ ਟੋਲ ਪਲਾਜ਼ਾ ਬੰਦ ਰਹੇ, ਕੀ ਜਦੋਂ ਇਹਨਾਂ ਦੀ ਜੋ ਟਰਮਸ ਐਂਡ ਕੰਡੀਸ਼ਨ ਤੁਸੀਂ ਦੱਸ ਰਹੇ ਹੋ, ਲੇਅਰ ਦੀ ਗੱਲ ਕਰ ਰਹੇ ਹੋ ਜਾਂ ਹੋਰ ਜਿਹੜੇ ਪੈਸੇ ਜਮ੍ਹਾਂ ਕਰਾਉਣ ਦੀ ਗੱਲ ਕਰ ਰਹੇ ਹੋ, ਜੋ ਉਹਨਾਂ ਨੇ ਉਹ ਪੂਰਾ ਕੀਤਾ ਹੋਇਆ, ਕੀ ਫਿਰ ਇਹਨਾਂ ਟੋਲ ਪਲਾਜ਼ਾ ਨੂੰ ਐਕਸਟੈਂਸ਼ਨ ਮਿਲ ਸਕਦੀ? ਕੰਸੀਡਰ ਕੀਤਾ ਜਾ ਸਕਦਾ ਜੇ ਕੋਈ ਜੈਨੂਅਨ ਪ੍ਰੋਬਲਮ ਆ ਕਿਸੇ ਦਾ ਜੈਨੂਅਨ ਆ ਤੇ ਉਹ ਤੇ ਕੰਸੀਡਰ ਕਰਾਂਗੇ। ਪਰ ਜੇ ਐਵੇਂ ਆਪਦੀਆਂ ਤੁਸੀਂ ਨਹੀਂ ਕੀਤੀਆਂ, ਅਸੀਂ ਸਾਰਿਆਂ ਨੂੰ ਆਪਣੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਜਿਹੜਾ ਸਮੇਂ ਸਿਰ ਜੋ ਲੇਆਊਟ ਪੈਣੀ ਆ, ਜੋ ਰਿਪੇਅਰ ਕਰਨੀ ਆ, ਉਹਨੂੰ ਸਮੇਂ ਸਿਰ ਕੀਤਾ ਜਾਵੇ। ਕੁੱਲ ਕਿੰਨੇ ਟੋਲ ਪਲਾਜ਼ਾ ਨੇ ਪੰਜਾਬ ਸਰਕਾਰ ਦੇ ਤੇ ਨੈਸ਼ਨਲ ਹਾਈਵੇ ਦੇ ਕਿੰਨੇ, ਪੰਜਾਬ 'ਚ ਕਿੰਨੇ ਨੇ? ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਨੇ ਉਹ 13 ਟੋਲ ਪਲਾਜ਼ਾ ਨੇ,
ਨੈਸ਼ਨਲ ਹਾਈਵੇ ਦੇ 32 ਟੋਲ ਪਲਾਜ਼ਾ ਨੇ ਔਰ ਬਸ ਇਹ ਚੱਲ ਰਹੇ ਨੇ। ਸੋ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਧੀ ਤੌਰ ਤੇ ਕਿਹਾ ਗਿਆ ਸੀ ਕਿ ਪੰਜਾਬ ਨੂੰ ਟੋਲ ਪਲਾਜ਼ਾ ਫ੍ਰੀ ਸਟੇਟ ਬਣਾਇਆ ਜਾਊਗਾ, ਟੋਲ ਪਲਾਜ਼ਾ ਖਤਮ ਕੀਤੇ ਜਾਣਗੇ, ਪਰ ਕੀ ਇਸੇ ਤਰੀਕੇ ਦੀ ਪ੍ਰਕਿਰਿਆ ਨੈਸ਼ਨਲ ਹਾਈਵੇਜ਼ ਦੇ ਉੱਤੇ ਰਹੂਗੀ? ਚੱਲਦੇ ਰਹੇ ਆ ਨੈਸ਼ਨਲ ਹਾਈਵੇ ਦੀ ਨੈਸ਼ਨਲ ਉਹਨਾਂ ਨੇ ਯੂਨੀਅਨ ਮਿਨਿਸਟਰ ਜਿਹੜੇ ਨੇ ਗਡਕਰੀ ਸਾਹਿਬ, ਉਹਨਾਂ ਨੇ ਸਟੇਟਮੈਂਟ ਦਿੱਤੀ ਹੋਈ ਹੈ ਕਿ 60 ਕਿਲੋਮੀਟਰ ਦੇ ਵਿੱਚ ਮਤਲਬ ਟੋਲ ਪਲਾਜ਼ਾ ਇੱਕ ਨੈਸ਼ਨਲ ਹਾਈਵੇ ਤੇ ਲੱਗੇਗਾ। ਸੋ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ, ਲਿਖਿਆ ਵੀ ਹੈ ਕਿ ਜਲਦ ਤੋਂ ਜਲਦੀ ਇਹ ਜਿਹੜੀ ਚੀਜ਼ ਆ ਇੱਕ ਮਿਸਾਲ ਦੇ ਤੌਰ ਤੇ ਗੱਲ ਕਰੀਏ, ਅਸੀਂ ਜਲੰਧਰ ਤੋਂ ਜਦੋਂ ਚੰਡੀਗੜ੍ਹ ਆਉਂਦੇ ਆ ਤੇ ਲਗਭਗ 3 ਤੋਂ 4 ਟੋਲ ਪਲਾਜ਼ੇ ਆਉਂਦੇ ਨੇ, ਤੇ ਜਲੰਧਰ ਤੋਂ ਚੰਡੀਗੜ੍ਹ ਦਾ ਇਹਨਾਂ ਡਿਸਟੈਂਸ ਵੀ ਹੈ ਨਹੀਂ, ਪਰ ਉਹਦੇ ਵਿੱਚ ਵੀ 3 ਤੋਂ 4 ਟੋਲ ਪਲਾਜ਼ੇ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇਸੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਜਲਦ ਤੋਂ ਜਲਦੀ ਆਮ ਜਨਤਾ ਨੂੰ ਟੋਲ ਪਲਾਜ਼ਿਆਂ ਤੋਂ ਰਾਹਤ ਦਿਵਾਈ ਜਾਵੇ। ਜਿਹੜੇ ਨੈਸ਼ਨਲ ਹਾਈਵੇ ਤੇ ਉੱਤੇ ਨੇ, ਜਿਹੜੇ ਉਹਨਾਂ ਨੇ 60 ਕਿਲੋਮੀਟਰ ਦੇ ਵਿੱਚ ਕਿਹਾ, ਉਹਨੂੰ ਇੰਪਲੀਮੈਂਟ ਵੀ ਜਲਦ ਕੀਤਾ ਜਾਵੇ। ਤੇ ਲੱਗਦਾ ਕਿ ਫਿਰ ਯੂਨੀਅਨ ਮਿਨਿਸਟਰ ਬਣੂ, ਕਿਉਂਕਿ ਕਿਤੇ ਨਾ ਕਿਤੇ ਕੇਂਦਰ ਨਾਲ ਹਾਲੇ ਵੀ ਕਿਤੇ ਨਾ ਕਿਤੇ ਕੋਈ ਮਾਮਲੇ ਹੋਣ, ਭਾਵੇਂ ਉਹ ਆਰਡੀਐਫ ਦਾ ਮਾਮਲਾ ਹੋਵੇ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਜੋ ਫੰਡ ਰੋਕ ਦਿੱਤਾ ਜਾਂਦਾ, ਕਿ ਕਿਤੇ ਨਾ ਕਿਤੇ ਕਹਿ ਲਈਏ ਕਿ ਮੇਲ ਜੋਲ ਜਾਣੀ ਬੰਦਾ ਨਜ਼ਰ ਆ ਰਿਹਾ। ਫਿਰ ਲੱਗਦਾ ਉਹਦੇ ਵਿੱਚ ਗੱਲ ਬਣ ਸਕਦੀ। ਦੇਖੋ ਇੰਡੀਆ ਫੈਡਰਲ ਸਟੇਟ ਆ, ਇੱਥੇ ਸਟੇਟਾਂ ਦੇ ਆਪਣੇ ਸਬਜੈਕਟਸ ਨੇ, ਸੈਂਟਰ ਦੇ ਆਪਣੇ ਸਬਜੈਕਟਸ ਨੇ। ਕੁਝ ਵਿਸ਼ੇ ਨੇ ਜਿਹੜੇ ਸਮਵਰਤੀ ਸੂਚੀ ਦੇ ਨੇ, ਉਹਦੇ ਵਿੱਚ ਫਿਰ ਕੋਆਪਰੇਸ਼ਨ ਚਾਹੀਦੀ ਹੁੰਦੀ ਹੈ। ਸੋ ਅਸੀਂ ਪੂਰੀ ਜਾ ਕੇ ਜਿੱਥੇ ਲੋੜ ਪੈਂਦੀ ਆ ਕੇਂਦਰ ਸਰਕਾਰ ਕੋਲ ਜਾਣ ਦੀ, ਉੱਥੇ ਜਾ ਕੇ ਅਸੀਂ ਰਿਕੁਐਸਟ ਕਰਦੇ ਹਾਂ। ਅਸੀਂ ਆਪਣੇ ਪੰਜਾਬ ਦੇ ਹੱਕ ਵਾਸਤੇ, ਹਿੱਤ ਵਾਸਤੇ ਜੋ ਸਾਡਾ ਬਣਦਾ ਅਧਿਕਾਰ ਆ, ਉਹ ਅਸੀਂ ਮੰਗਦੇ ਹਾਂ। ਸਮੇਂ-ਸਮੇਂ ਜਾਂਦੇ ਹਾਂ। ਹੁਣ ਵੀ ਮਾਨ ਸਾਹਿਬ ਜਾ ਕੇ ਆਏ ਨੇ, ਕੇਂਦਰੀ ਮੰਤਰੀ ਜਿਹੜੇ ਦੇ ਬਿਜਲੀ ਮੰਤਰਾਲਾ ਦੇ, ਉਹਨਾਂ ਕੋਲ ਵੀ ਜਾ ਕੇ ਕਰਕੇ ਆਏ ਨੇ ਰਿਕੁਐਸਟ। ਸੋ ਅਸੀਂ ਸਮੇਂ-ਸਮੇਂ ਤੇ ਜਾ ਕੇ ਆਪਣੇ ਹੱਕ ਜਿਹੜੇ ਆ ਉਹ ਮੰਗਦੇ ਰਹਿੰਦੇ ਆ, ਤੇ ਸਾਨੂੰ ਆਸ ਵੀ ਆ ਕਿ ਕੇਂਦਰ ਸਰਕਾਰ ਸਾਡੇ ਨਾਲ ਕੋਆਪਰੇਟ ਕਰੇਗੀ। ਤੇ ਕਿਉਂਕਿ ਅਸੀਂ ਵੈਸੇ ਵੀ ਬਾਰਡਰ ਸਟੇਟ ਆ, ਸਾਡੀਆਂ ਸਮੱਸਿਆਵਾਂ ਦੂਜੀਆਂ ਸਟੇਟਸ ਨਾਲੋਂ ਕੁਝ ਅਲੱਗ ਨੇ। ਸਾਨੂੰ ਹੋਰ ਵੀ ਇੱਧਰ ਬਾਰਡਰ ਵਾਲੇ ਸਾਈਡ ਤੋਂ ਵੀ ਸਾਨੂੰ ਕਈ ਕੁਝ ਧਿਆਨ ਦੇ ਵਿੱਚ ਜਿਹੜਾ ਉਹ ਰੱਖਣਾ ਪੈਂਦਾ। ਸੋ ਅਸੀਂ ਤੇ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਵੱਲ ਕੁਝ ਖਾਸ ਧਿਆਨ ਜਿਹੜਾ ਹੈ ਇਹ ਦਿੱਤਾ ਜਾਵੇ। ਆਪ ਟੋਲ ਪਲਾਜ਼ਾ ਬੰਦ ਕਰਾ ਕੇ ਆਏ, ਵਿਰੋਧੀ ਕਹਿ ਰਹੇ ਨੇ ਕਿ ਇਹਨੂੰ ਸਿਰਫ ਇੱਕ ਮੌਕਾ ਬਣਾਉਣ ਦੀ, ਇਵੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵਾਹਵੇ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੂੰ ਕਿੱਦਾਂ ਵੇਖਿਆ? ਕੀ ਬੰਦ ਨਹੀਂ ਹੋਇਆ? ਜੇ ਉੱਥੋਂ 12 ਵਜੇ ਬੰਦ ਹੋਣਾ ਸੀਗਾ, 11 ਵਜੇ ਜਿਹੜਾ ਬੰਦਾ ਲੰਘਿਆ ਉਹਦਾ ਟੋਲ ਨਹੀਂ ਲੱਗਿਆ ਹੋਏਗਾ ਨਾ। 12 ਵਜੇ ਹੀ ਬੰਦ ਹੋਇਆ ਨਾ। ਤੇ ਜੇ ਜਾ ਕੇ ਮਾਨ ਸਾਹਿਬ ਨੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਇੱਕ ਟੋਲ ਪਲਾਜ਼ਾ ਬੰਦ ਕਰਵਾਇਆ, ਤੇ ਇਹਦੇ ਚ ਵਾਹ ਵਾਲੀ ਕਿਹੜੀ ਗੱਲ ਆ? ਵਾਹ ਤੇ ਲੋਕ ਕਰ ਰਹੇ ਨੇ ਕਿ ਸ਼ੁਕਰ ਆ ਕਿ ਇੰਨੇ ਸਮੇਂ ਬਾਅਦ ਪੰਜਾਬ ਨੂੰ ਇੱਕ ਵਧੀਆ ਮੁੱਖ ਮੰਤਰੀ ਮਿਲਿਆ, ਪੰਜਾਬ ਦੇ ਵਿੱਚ ਇੱਕ ਵਧੀਆ ਇਮਾਨਦਾਰ ਸਰਕਾਰ ਆਈ ਆ, ਤੇ ਜਿਹੜੇ ਫਾਇਦੇ ਨੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਣੇ ਸ਼ੁਰੂ ਹੋਏ ਨੇ। ਅੱਜ ਪੰਜਾਬ ਦੇ ਵਿੱਚ ਬੰਦ ਘਰ ਵੀ ਹੋਵੇ ਨਾ, ਤੇ ਜਦੋਂ ਬਿਜਲੀ ਦਾ ਬਿੱਲ ਜ਼ੀਰੋ ਜਾਂਦਾ ਹੈ ਨਾ, ਤੇ ਸਮਝੋ ਉਹ ਜ਼ੀਰੋ ਬਿੱਲ ਨਹੀਂ ਗਿਆ, ਉਹਨਾਂ ਦੇ ਘਰਾਂ ਦੇ ਵਿੱਚ ਚੀਤਾਂ ਤਾਂ ਹੀ ਪੈਸੇ ਸੁੱਟੇ ਨੇ, ਪੈਸੇ ਦਿੱਤੇ ਨੇ ਉੱਥੇ। ਸੋ ਇਸ ਤਰ੍ਹਾਂ ਦੀ ਇਹ ਵਾਹ ਲੋਕ ਕਰ ਰਹੇ ਨੇ। ਵਾਹ ਖੱਟਣ ਦੀ ਸਰਕਾਰ ਕੋਈ ਕੋਸ਼ਿਸ਼ ਨਹੀਂ ਕਰ ਰਹੀ। ਤੇ 90% ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਹੋਣਗੇ ਤੇ ਲੋਕ ਵਾਹ ਕਰਨਗੇ ਕਿ ਨਹੀਂ ਕਰਨਗੇ ਨਾ। ਲੋਕ ਤੇ WhatsApp ਤੇ ਥਾਂ ਤੇ ਇੱਕ ਦੂਜੇ ਨੂੰ ਦਿਖਾ ਰਹੇ ਨੇ, ਵਧਾਈਆਂ ਦੇ ਰਹੇ ਨੇ ਕਿ ਪਹਿਲੀ ਵਾਰੀ ਸਾਡੇ ਚੇਤੇ ਵੀ ਨਹੀਂ ਵੀ ਆ ਵੀ ਕੰਮ ਹੋ ਸਕਦਾ, ਸਾਨੂੰ ਵੀ ਜ਼ੀਰੋ ਬਿੱਲ ਆ ਗਏ ਨੇ। ਲੋਕਾਂ ਨੂੰ ਚੇਤੇ ਵੀ ਨਹੀਂ ਟੋਲ ਇਸ ਤਰ੍ਹਾਂ ਵੀ ਬੰਦ ਹੋ ਸਕਦੇ। ਉਹਦੇ ਆਪਦੇ ਕੰਪਨੀਆਂ ਨੂੰ ਦਿੱਤੇ ਸੀਗੇ, ਉਹਨਾਂ ਨਾਲ ਕਈ ਤਰ੍ਹਾਂ ਦੇ ਹੱਥ ਰਲੇ, ਕਈ ਕੁਝ ਕਰੀ ਜਾਂਦੇ ਸੀਗੇ। ਸੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਮਾਨ ਸਾਹਿਬ ਹਰ ਚੀਜ਼ ਦੇ ਉੱਤੇ ਨਿੱਜੀ ਤੌਰ ਤੇ ਜਿਹੜੀ ਨਿਗਾਹ ਰੱਖ ਕੇ ਲੋਕਾਂ ਨੂੰ ਹਰ ਫੀਲਡ ਦੇ ਵਿੱਚ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ। ਪੀਪੀਏ ਐਗਰੀਮੈਂਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਹੁਣ ਉਸ ਦੇ ਉੱਤੇ ਅੱਗੇ ਕਾਰਵਾਈ ਚੱਲਦੀ ਰਹੂਗੀ। ਉਹਨੂੰ ਦੇਖ ਰਹੇ ਆ, ਐਗਜ਼ਾਮਨ ਕਰ ਰਹੇ ਆ। ਕੰਟਰੈਕਟ ਆ ਇੱਕ, ਉਹਦੇ ਵਿੱਚ ਤੁਹਾਨੂੰ ਪਤਾ ਕਈ ਤਰ੍ਹਾਂ ਦੇ ਹੁੰਦੇ ਨੇ ਲੀਗਲ, ਉਹਦੇ ਤੇ ਜੋ ਵੀ ਵਿਊਜ਼ ਨੇ ਉਹ ਲਏ ਜਾ ਰਹੇ ਨੇ। ਜਿਸ ਤਰ੍ਹਾਂ ਦਾ ਵੀ ਹੋਏਗਾ ਉੱਤੇ ਫੈਸਲਾ ਲਵਾਂਗੇ। ਬਹੁਤ ਧੰਨਵਾਦ। ਸਾਡੇ ਨਾਲ ਪੀਡਬਲਿਊ ਮਿਨਿਸਟਰ ਅਤੇ ਪਾਵਰ ਮਿਨਿਸਟਰ ਹਰਭਜਨ ਸਿੰਘ ਈਟੀਓ ਜੋ ਕਿ ਸਿੱਧੇ ਤੌਰ ਦੇ ਉੱਤੇ ਅੱਜ ਗੱਲਬਾਤ ਕਰਦੇ ਨਜ਼ਰ ਆਏ ਨੇ। ਜਿਹੜਾ ਕੋਲਾ ਪੰਜਾਬ ਦੇ ਵਿੱਚ ਆਉਣਾ ਉਸ ਦੇ ਬਾਬਤ ਗੱਲ ਕਰਦੇ ਨਜ਼ਰ ਆ ਰਹੇ ਨੇ। ਕਹਿੰਦੇ ਕਿ ਵੱਡੀ ਖੇਪ ਜਿਹੜੀ ਕੋਲੇ ਦੀ ਆ ਹੁਣ ਸਿੱਧੀ ਜਿਹੜੀ ਪੰਜਾਬ ਨੂੰ ਮਾਇਨੇ ਅਲਾਟ ਕੀਤੀ ਗਈ ਸੀ ਪਿਛਵਾੜਾ ਝਾਰਖੰਡ ਦੇ ਵਿੱਚ, ਉੱਥੋਂ ਹੁਣ ਕੋਲਾ ਜਿਹੜਾ ਪੰਜਾਬ ਨੂੰ ਆਊਗਾ। ਨਾਲ ਵੱਡੀ ਖਬਰ ਇਹ ਵੀ ਦੱਸਦੇ ਹੋਏ ਨਜ਼ਰ ਆਏ ਨੇ ਕਿ ਜੇਕਰ ਕੋਈ ਇਨਸਾਨ 600 ਯੂਨਿਟ ਜਿਹੜੀ ਬਿਜਲੀ ਫ੍ਰੀ ਮਿਲਦੀ ਹੈ ਉਸ ਦਾ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦਾ, ਫਿਜ਼ੀਕਲ ਵੈਰੀਫਿਕੇਸ਼ਨ ਵੀ ਹੋ ਸਕਦੀ ਹੈ। ਤੇ ਨਾਲ ਜਿਹੜੇ ਟੋਲ ਪਲਾਜ਼ੇ ਅੱਜ ਪੰਜਾਬ ਦੇ ਵਿੱਚ ਬੰਦ ਕੀਤੇ ਜਾ ਰਹੇ ਨੇ, ਸੀਐਮ ਭਗਵੰਤ ਮਾਨ ਵੱਲੋਂ ਹੁਸ਼ਿਆਰਪੁਰ ਦਾ ਜਿਹੜਾ ਟੋਲ ਪਲਾਜ਼ਾ ਬੰਦ ਕੀਤਾ ਗਿਆ, ਉਸ ਦੇ ਬਾਬਤ ਵੀ ਬੋਲਦੇ ਹੋਏ ਨਜ਼ਰ ਆਏ ਨੇ। ਕੈਮਰਾ ਪਰਸਨ ਅਮਿਤ ਦੇ ਨਾਲ ਸਾਹਿਲ ਨਰੂਲਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।